परम सन्मानियो गुरु रू गुरु खालसा साध संगत जी। वाहिगुरु जी का खालसा वाहिगुरु जी की फतेह। श्री गुरु हरगोबिंद जी ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਬਾਦਸ਼ਾਹ ਜਹਾਂਗੀਰ ਕੋਲ ਪਹੁੰਚ ਗਏ। ਸਤਿਗੁਰੂ ਜੀ ਦੀ ਅਵਸਥਾ ਇਸ ਸਮੇਂ 20 ਕੁ ਸਾਲ ਦੀ ਸੀ। ਆਪ ਦੇ ਸਰੀਰ ਦੀ ਸੁੰਦਰਤਾ ਤੇ ਡੀਲ ਡੌਲ ਅਤੀ ਫੱਬ ਵੀ ਸੀ। ਜਿਹੜਾ ਵੀ ਆਪ ਦੇ ਦਰਸ਼ਨ ਕਰਦਾ ਉਹ ਹੀ ਮੁਗਧ ਹੋ ਜਾਂਦਾ ਸੀ। ਜਹਾਂਗੀਰ ਦੇ ਦਿਲ ਵਿੱਚ ਖੋਟ ਸੀ, ਪਰ ਉਸ ਦਾ ਹੌਸਲਾ ਨਹੀਂ ਸੀ ਪੈਂਦਾ ਕਿ ਸਤਿਗੁਰੂ ਜੀ ਦੇ ਨਾਲ ਕੋਈ ਵੈਰ ਵਿਰੋਧ ਦੀ ਗੱਲ ਕਰੇ। ਬਾਦਸ਼ਾਹ ਸ਼ਿਕਾਰ ਖੇਡਣ ਦੇ ਬਹਾਨੇ ਸਤਿਗੁਰੂ ਜੀ ਨੂੰ ਜੰਗਲ ਵੱਲ ਲੈ ਤੁਰਿਆ। ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਸਮੇਂ ਅਨੇਕਾਂ ਖੂੰਖਾਰ ਜਾਨਵਰਾਂ ਤੇ ਕਈ ਸ਼ੇਰਾਂ ਨੂੰ ਮਾਰ ਕੇ ਆਪਣੀ ਬਹਾਦਰੀ ਦਿਖਾਈ। ਬਾਦਸ਼ਾਹ ਅੱਗੇ ਹੀ ਸਤਿਗੁਰੂ ਜੀ ਤੋਂ ਭੈ ਖਾਂਦਾ ਸੀ, ਹੁਣ ਤਾਂ ਉਹਨਾਂ ਦੀ ਬਹਾਦਰੀ ਵੇਖ ਕੇ ਉਹ ਹੋਰ ਵੀ ਭੈਭੀਤ ਹੋ ਗਿਆ। ਬਾਦਸ਼ਾਹ ਦਾ ਖਿਆਲ ਸੀ ਕਿ ਸ਼ਿਕਾਰ ਖੇਡਦਿਆਂ ਸਤਿਗੁਰੂ ਜੀ ਕਿਸੇ ਸ਼ੇਰ ਹੱਥੋਂ ਮਾਰੇ ਜਾਣਗੇ ਤੇ ਇਉਂ ਅਸੀਂ ਇਹਨਾਂ ਦੇ ਭੈ ਤੋਂ ਮੁਕਤ ਹੋ ਜਾਵਾਂਗੇ। ਪਰ ਨਿਰੰਕਾਰੀ ਜੋਤ ਨੂੰ ਕੌਣ ਮਾਰ ਸਕਦਾ ਹੈ? ਆਖਿਰ ਆਪਣੇ ਇਰਾਦੇ ਵਿੱਚ ਅਸਫਲ ਹੋਣ ਤੇ ਬਾਦਸ਼ਾਹ ਸਤਿਗੁਰੂ ਜੀ ਨੂੰ ਸੈਰ ਕਰਾਉਂਦਾ ਆਗਰੇ ਲੈ ਗਿਆ। ਆਗਰੇ ਪਹੁੰਚ ਕੇ ਸਤਿਗੁਰੂ ਜੀ ਨੇ ਆਪਣੀ ਬਹਾਦਰੀ ਦੇ ਕਈ ਕਰਤੱਵ ਦਿਖਾਏ। ਬਾਦਸ਼ਾਹ ਗੁਰੂ ਜੀ ਨੂੰ ਆਗਰੇ ਦਾ ਕਿਲ੍ਹਾ ਦਿਖਾਉਣ ਦੇ ਬਹਾਨੇ ਕਿਲ੍ਹੇ ਵਿੱਚ ਲੈ ਗਿਆ। ਇਸ ਆਗਰੇ ਦੇ ਕਿਲ੍ਹੇ ਵਿੱਚ ਬਾਦਸ਼ਾਹ ਜਹਾਂਗੀਰ ਨੇ ਕਈ ਬਾਗੀਆਂ ਤੇ ਹਿੰਦੂ ਰਾਜਿਆਂ ਨੂੰ ਉਹਨਾਂ ਦੀਆਂ ਰਿਆਸਤਾਂ 'ਤੇ ਕਬਜ਼ਾ ਕਰਕੇ ਕੈਦ ਕੀਤਾ ਹੋਇਆ ਸੀ। ਉਹ ਕਈ ਚਿਰਾਂ ਤੋਂ ਇਸ ਕੈਦ ਵਿੱਚ ਪਏ ਕਸ਼ਟ ਸਹਿ ਰਹੇ ਸਨ। ਉਹਨਾਂ ਦੀ ਕੂਕ ਪੁਕਾਰ ਕੋਈ ਨਹੀਂ ਸੀ ਸੁਣਦਾ। ਅੰਤਰਜਾਮੀ ਸਤਿਗੁਰੂ ਜੀ ਇਹਨਾਂ ਰਾਜਿਆਂ ਦੇ ਕਸ਼ਟ ਨਿਵਰਤ ਕਰਨ ਲਈ ਆਪ ਹੀ ਇੱਧਰ ਆ ਰਹੇ ਹਨ। ਬਾਦਸ਼ਾਹ ਗੁਰੂ ਜੀ ਨੂੰ ਕਿਲ੍ਹੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਕਿ ਆਪ 2-4 ਦਿਨ ਇੱਥੇ ਠਹਿਰੋ, ਮੈਂ ਵਾਪਸ ਆਵਾਂਗਾ ਤੇ ਫਿਰ ਅੱਗੇ ਚੱਲਾਂਗੇ। ਜਾਣ ਲੱਗਿਆ ਬਾਦਸ਼ਾਹ ਨੇ ਕਿਲ੍ਹੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਮੇਰੇ ਹੁਕਮ ਤੋਂ ਬਿਨਾਂ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਦਿੱਲੀ ਪਹੁੰਚ ਕੇ ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਨੂੰ ਜੋਸ਼ੀਆਂ ਤੇ ਨਜ਼ੂਮੀਆਂ ਨੇ ਕਿਹਾ ਹੈ ਕਿ ਕੋਈ ਮਹਾਂਪੁਰਸ਼ ਤੁਹਾਡੀ ਸਿਹਤ ਲਈ 40 ਦਿਨ ਰੱਬ ਦੀ ਬੰਦਗੀ ਤੇ ਦੁਆ ਕਰੇ ਤਾਂ ਤੁਸੀਂ ਰਾਜੀ ਹੋ ਸਕਦੇ ਹੋ। ਸੋ ਆਪ ਤੋਂ ਵੱਧ ਕੇ ਹੋਰ ਮਹਾਂਪੁਰਸ਼ ਕਿਹੜਾ ਹੋ ਸਕਦਾ ਹੈ? ਸੋ ਤੁਸੀਂ ਮੇਰੀ ਸਿਹਤ ਲਈ ਗਵਾਲੀਅਰ ਦੇ ਕਿਲ੍ਹੇ ਵਿੱਚ ਰਹਿ ਕੇ 40 ਦਿਨ ਰੱਬ ਦੀ ਬੰਦਗੀ ਕਰੋ ਤੇ ਮੇਰੀ ਅਰੋਗਤਾ ਲਈ ਦੁਆ ਕਰੋ। ਸਤਿਗੁਰੂ ਜੀ ਨੂੰ ਬਾਦਸ਼ਾਹ ਦਾ ਸੁਨੇਹਾ ਮਿਲ ਗਿਆ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕਈ ਦੁਖੀਆਂ ਦੇ ਛੁਟਕਾਰੇ ਦਾ ਰਾਜ਼ ਹੈ। ਜੋ ਅਕਾਲ ਪੁਰਖ ਦਾ ਭਾਣਾ ਵਰਤ ਰਿਹਾ ਹੈ, ਇਸ ਨਾਲ ਕਈਆਂ ਦਾ ਭਲਾ ਹੋਵੇਗਾ। ਸਤਿਗੁਰੂ ਜੀ ਦੇ ਆਗਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਹੋਣ ਦੀ ਖਬਰ ਸਭ ਪਾਸੇ ਫੈਲ ਗਈ ਤੇ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਵੀ ਇਸ ਦੁਖਦਾਈ ਖਬਰ ਦਾ ਪਤਾ ਲੱਗ ਗਿਆ। ਸਭ ਦੇ ਮਨ ਉਦਾਸ ਹੋ ਗਏ। ਮਾਤਾ ਗੰਗਾ ਜੀ ਤੇ ਹੋਰ ਸਿੱਖ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗੇ ਕਿ ਬਾਬਾ ਜੀ, ਇਹ ਕੀ ਭਾਣਾ ਵਰਤਣ ਲੱਗਾ ਹੈ? ਸਾਡਾ ਮਨ ਡੋਲ ਰਿਹਾ ਹੈ ਕਿ ਬਾਦਸ਼ਾਹ ਦੀ ਨੀਅਤ ਖੋਟੀ ਹੈ, ਇਸ ਦਾ ਕੋਈ ਉਪਾਅ ਸੋਚੋ। ਬਾਬਾ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਸਤਿਗੁਰੂ ਜੀ ਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਹੱਥੋਂ ਕਈ ਦੁਖੀਆਂ ਦੀ ਬੰਦ ਖਲਾਸੀ ਹੋਣੀ ਹੈ। ਤੁਸੀਂ ਪ੍ਰਭੂ ਦਾ ਸਿਮਰਨ ਕਰੋ। ਸਤਿਗੁਰੂ ਜੀ ਕੁਝ ਦਿਨਾਂ ਤੱਕ ਸਹੀ ਸਲਾਮਤ ਤੁਹਾਨੂੰ ਦਰਸ਼ਨ ਦੇਣਗੇ। ਉਧਰ ਸਤਿਗੁਰੂ ਜੀ ਨੇ ਕਿਲ੍ਹੇ ਵਿੱਚ ਡੇਰਾ ਲਾ ਕੇ ਸਤਸੰਗ ਦੀ ਲਹਿਰ ਚਲਾ ਦਿੱਤੀ। ਕਿਲ੍ਹੇ ਦਾ ਦਰੋਗਾ ਬੜਾ ਨੇਕ ਪੁਰਸ਼ ਸੀ। ਉਹ ਸਤਿਗੁਰਾਂ ਦੇ ਦੀਦਾਰ ਕਰਕੇ ਬਹੁਤ ਪ੍ਰਸੰਨ ਹੋਇਆ ਤੇ ਸਤਿਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਉਹ ਹਰ ਸਮੇਂ ਆਪ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਤੇ ਵੱਧ ਤੋਂ ਵੱਧ ਸੁੱਖ ਪਹੁੰਚਾਉਣ ਦਾ ਯਤਨ ਕਰਦਾ ਰਹਿੰਦਾ। ਜਿਉਂ-ਜਿਉਂ ਆਗਰੇ ਦੇ ਆਸ-ਪਾਸ ਦੇ ਨਗਰਾਂ ਤੇ ਸ਼ਹਿਰਾਂ ਦੇ ਸਿੱਖਾਂ ਨੂੰ ਗੁਰੂ ਜੀ ਦੇ ਆਗਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਹੋਣ ਦੀ ਖਬਰ ਮਿਲਦੀ, ਤਿਉਂ-ਤਿਉਂ ਸਿੱਖ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆਉਣੇ ਸ਼ੁਰੂ ਹੋ ਗਏ। ਦਰੋਗੇ ਨੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਸਭ ਨੂੰ ਕਿਲ੍ਹੇ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ। ਬਾਦਸ਼ਾਹ ਵੱਲੋਂ ਸਤਿਗੁਰਾਂ ਦੇ ਖਰਚ ਲਈ ਜਿਹੜੀ ਰਕਮ ਮਿਲਣੀ ਮੁਕਰਰ ਹੋਈ ਸੀ, ਉਸ ਨਾਲ ਕਿਲ੍ਹੇ ਵਿੱਚ ਲੰਗਰ ਚੱਲਣ ਲੱਗ ਪਿਆ। ਸੰਗਤਾਂ ਵੀ ਦਰਸ਼ਨ ਕਰਨ ਸਮੇਂ ਬੇਅੰਤ ਮਾਇਆ ਭੇਟ ਕਰਦੀਆਂ ਸਨ। ਇਉਂ ਕਿਲ੍ਹੇ ਵਿੱਚ ਦਿਨ ਰਾਤ ਸਤਸੰਗ ਦਾ ਪ੍ਰਵਾਹ ਚੱਲ ਪਿਆ।
ਕੈਦ ਵਿੱਚ ਪਏ ਹਿੰਦੂ ਰਾਜੇ ਵੀ ਸਤਿਗੁਰੂ ਜੀ ਦੇ ਆਉਣ ਨਾਲ ਸੁਖੀ ਹੋ ਗਏ। ਕਈ ਚਿਰਾਂ ਤੋਂ ਉਹ ਕੈਦ ਵਿੱਚ ਪਏ ਨਿਰਾਸ਼ ਹੋਏ ਸਨ। ਹੁਣ ਸਤਿਗੁਰੂ ਜੀ ਦੇ ਸਤਸੰਗ ਵਿੱਚ ਸ਼ਾਮਲ ਹੋ ਕੇ ਉਹਨਾਂ ਵਿੱਚ ਵੀ ਨਵਾਂ ਉਤਸ਼ਾਹ ਜਾਗਿਆ। ਕਿਲ੍ਹੇ ਦੇ ਸਭ ਕਰਮਚਾਰੀ ਸਤਿਗੁਰੂ ਜੀ ਦਾ ਬੜਾ ਸਤਿਕਾਰ ਅਤੇ ਸੇਵਾ ਕਰਦੇ ਸਨ। ਦੋਵੇਂ ਵੇਲੇ ਦੀਵਾਨ ਸਜਦੇ ਸਨ। ਸਤਿਗੁਰੂ ਜੀ ਸਭ ਨੂੰ ਅਕਾਲ ਪੁਰਖ ਦੀ ਭਗਤੀ ਦਾ ਉਪਦੇਸ਼ ਦਿੰਦੇ ਸਨ। ਇਸ ਤਰ੍ਹਾਂ ਸਤਸੰਗ ਕਰਦਿਆਂ ਅਤੇ ਨਾਮ ਬਾਣੀ ਦੀ ਦਾਤ ਵੰਡਦਿਆਂ 40 ਦਿਨ ਗੁਜ਼ਰ ਗਏ। ਬਾਦਸ਼ਾਹ ਵੱਲੋਂ ਸਤਿਗੁਰੂ ਜੀ ਦੀ ਰਿਹਾਈ ਦਾ ਕੋਈ ਫਰਮਾਨ ਨਾ ਆਇਆ। ਬਾਦਸ਼ਾਹ ਸਤਿਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਕੇ ਆਪਣੇ ਵੱਲੋਂ ਅਵੇਸਲਾ ਹੋ ਗਿਆ ਕਿ ਹੁਣ ਕਿਸੇ ਨੇ ਕੀ ਪਿੱਛਾ ਕਰਨਾ ਹੈ। ਜਿਸ ਤਰ੍ਹਾਂ ਕਈ ਹਿੰਦੂ ਰਾਜੇ ਕਈ ਸਾਲਾਂ ਤੋਂ ਕਿਲ੍ਹੇ ਵਿੱਚ ਕੈਦ ਹੋਏ ਦੁੱਖ ਭੋਗ ਰਹੇ ਹਨ, ਇਸੇ ਤਰ੍ਹਾਂ ਗੁਰੂ ਜੀ ਵੀ ਬੰਦੀ ਵਿੱਚ ਪਏ ਰਹਿਣਗੇ। ਪਰ ਬਾਦਸ਼ਾਹ ਨੂੰ ਕੀ ਪਤਾ ਸੀ ਕਿ ਇਸ ਮਹਾਂਪੁਰਸ਼ ਦੇ ਹੱਥੋਂ ਸਾਰੇ ਕੈਦੀਆਂ ਦੇ ਰਿਹਾ ਹੋਣ ਦਾ ਕੌਤਕ ਵਰਤਣਾ ਹੈ। ਕਾਫੀ ਸਮਾਂ ਬੀਤ ਜਾਣ 'ਤੇ ਵੀ ਜਦ ਸਤਿਗੁਰੂ ਜੀ ਨੂੰ ਰਿਹਾ ਨਾ ਕੀਤਾ ਗਿਆ, ਤਦ ਅੰਮ੍ਰਿਤਸਰ ਵਿੱਚ ਸਿੱਖ ਸੰਗਤਾਂ ਅਤੇ ਮਾਤਾ ਗੰਗਾ ਜੀ ਨੂੰ ਬੜੀ ਚਿੰਤਾ ਹੋ ਗਈ। ਸਭ ਨੇ ਮਿਲ ਕੇ ਬਾਬਾ ਬੁੱਢਾ ਜੀ ਦੇ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ, ਸਤਿਗੁਰੂ ਜੀ ਨੂੰ ਗਿਆ ਬਹੁਤ ਸਮਾਂ ਹੋ ਗਿਆ ਹੈ। ਬਾਦਸ਼ਾਹ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰਕੇ ਭੁੱਲ ਹੀ ਗਿਆ ਹੈ। ਸਤਿਗੁਰੂ ਜੀ ਦੀ ਰਿਹਾਈ ਦਾ ਯਤਨ ਕਰਨਾ ਚਾਹੀਦਾ ਹੈ। ਬਾਬਾ ਜੀ ਨੂੰ ਸਿੱਖਾਂ ਰਾਹੀਂ ਗਵਾਲੀਅਰ ਦੇ ਕਿਲ੍ਹੇ ਵਿੱਚ ਵਰਤ ਰਹੀ ਸਾਰੀ ਖੇਡ ਦਾ ਪਤਾ ਲੱਗਦਾ ਰਹਿੰਦਾ ਸੀ। ਬਾਬਾ ਜੀ ਸਤਿਗੁਰੂ ਜੀ ਦੇ ਇਸ ਕੌਤਕ ਨੂੰ ਸੁਣ ਕੇ ਪ੍ਰਸੰਨ ਹੁੰਦੇ ਸਨ, ਪਰ ਮਾਤਾ ਜੀ ਅਤੇ ਹੋਰ ਸਿੱਖ ਸੰਗਤਾਂ ਬੜੀਆਂ ਬੇਚੈਨ ਸਨ। ਸਭ ਨੇ ਬਾਬਾ ਬੁੱਢਾ ਜੀ 'ਤੇ ਜ਼ੋਰ ਪਾਇਆ ਕਿ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ, ਸਾਨੂੰ ਸਤਿਗੁਰੂ ਜੀ ਦੇ ਰਿਹਾਈ ਦਾ ਕੋਈ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਬਾਦਸ਼ਾਹ ਦੀ ਨੀਅਤ ਸਾਨੂੰ ਖੋਟੀ ਜਾਪਦੀ ਹੈ। ਉਸਨੇ ਧੋਖੇ ਨਾਲ ਸਤਿਗੁਰੂ ਜੀ ਨੂੰ ਕੈਦ ਰੱਖਿਆ ਹੈ। ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਦਿੱਤਾ ਅਤੇ ਆਖਿਆ ਕਿ ਸਤਿਗੁਰੂ ਜੀ ਨੂੰ ਕੋਈ ਖਤਰਾ ਨਹੀਂ, ਉਹ ਥੋੜ੍ਹੇ ਦਿਨਾਂ ਤੱਕ ਕਿਲ੍ਹੇ ਵਿੱਚੋਂ ਬੰਦ ਸਭ ਕੈਦੀਆਂ ਨੂੰ ਰਿਹਾ ਕਰਾ ਕੇ ਆਪਣੇ ਨਾਲ ਬਾਹਰ ਲਿਆਉਣਗੇ। ਪਰ ਬਾਬਾ ਜੀ ਦੇ ਸਮਝਾਉਣ ਦਾ ਕਿਸੇ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਸਭ ਨੇ ਬਾਬਾ ਬੁੱਢਾ ਜੀ ਨੂੰ ਦਿੱਲੀ ਅਤੇ ਆਗਰੇ ਜਾਣ ਲਈ ਬੇਨਤੀ ਕੀਤੀ। ਆਖਰ ਮਾਤਾ ਗੰਗਾ ਜੀ ਦੇ ਮਜਬੂਰ ਕਰਨ 'ਤੇ ਬਾਬਾ ਬੁੱਢਾ ਜੀ ਕੁਝ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਆਗਰੇ ਵੱਲ ਚੱਲ ਪਏ। ਸਤਿਗੁਰੂ ਜੀ ਦੇ ਨਾਲ ਗਏ 2 ਸਿੱਖ, ਭਾਈ ਜੇਠਾ ਜੀ ਅਤੇ ਭਾਈ ਪਿਰਾਣਾ ਜੀ, ਆਗਰੇ ਵਿੱਚ ਬਾਬਾ ਜੀ ਨੂੰ ਮਿਲ ਪਏ। ਉਹਨਾਂ ਨੇ ਦੱਸਿਆ ਕਿ ਬਾਦਸ਼ਾਹ ਨੇ ਧੋਖੇ ਨਾਲ ਸਤਿਗੁਰੂ ਜੀ ਨੂੰ ਨਜ਼ਰਬੰਦ ਕਰ ਰੱਖਿਆ ਹੈ, ਉਸ ਦੀ ਨੀਅਤ ਖੋਟੀ ਹੈ, ਉਹ ਸਤਿਗੁਰੂ ਜੀ ਨੂੰ ਰਿਹਾ ਨਹੀਂ ਕਰਨਾ ਚਾਹੁੰਦਾ। ਗੁਰੂ ਘਰ ਦੇ ਦੋਖੀਆਂ ਨੇ ਬਾਦਸ਼ਾਹ ਨੂੰ ਪੁੱਠੀ ਪੱਟੀ ਪੜ੍ਹਾ ਰੱਖੀ ਹੈ ਕਿ ਜੇ ਸਤਿਗੁਰੂ ਜੀ ਤੁਹਾਡੇ ਵਾਸਤੇ 40 ਦਿਨ ਇਕਾਂਤ ਬੈਠ ਕੇ ਭਜਨ ਬੰਦਗੀ ਕਰਨਗੇ ਤਾਂ ਤੁਸੀਂ ਅਰੋਗ ਹੋ ਜਾਓਗੇ। ਹੁਣ 40 ਦਿਨਾਂ ਦੀ ਬਜਾਏ 3 ਮਹੀਨੇ ਬੀਤ ਗਏ ਹਨ। ਬਾਬਾ ਬੁੱਢਾ ਜੀ ਸਿੱਖਾਂ ਤੋਂ ਇਹ ਸਾਰੀ ਵਿਥਿਆ ਸੁਣ ਕੇ ਕਹਿਣ ਲੱਗੇ ਕਿ ਚੰਗਾ, ਹੁਣ ਸਾਨੂੰ ਕੋਈ ਯਤਨ ਕਰਨਾ ਚਾਹੀਦਾ ਹੈ। ਚਲੋ ਵਾਪਸ ਦਿੱਲੀ ਚਲੀਏ, ਉੱਥੇ ਚੱਲ ਕੇ ਕੋਈ ਉਪਾਅ ਕਰਨੇ ਹਾਂ। ਦਿੱਲੀ ਪਹੁੰਚ ਕੇ ਸਿੱਖਾਂ ਨੇ ਮਜਨੂ ਦੇ ਟਿੱਲੇ ਡੇਰਾ ਕੀਤਾ। ਇਹ ਉਹ ਸਥਾਨ ਹੈ ਜਿੱਥੇ ਕਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਅਤੇ ਹੁਣ ਸ਼੍ਰੀ ਗੁਰੂ ਹਰਗੋਬਿੰਦ ਜੀ ਵੀ ਇੱਥੇ ਠਹਿਰ ਕੇ ਆਗਰੇ ਗਏ ਸਨ। ਇਸ ਇਕਾਂਤ ਸਥਾਨ 'ਤੇ ਡੇਰਾ ਕਰਕੇ ਸਤਿਗੁਰੂ ਜੀ ਦੀ ਰਿਹਾਈ ਲਈ ਸਲਾਹਾਂ ਹੋਣ ਲੱਗੀਆਂ। ਦੋਹਾਂ ਸਿੱਖਾਂ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ, ਸਾਨੂੰ ਹੁਣ ਕੀ ਯਤਨ ਕਰਨਾ ਚਾਹੀਦਾ ਹੈ? ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਗੁਰੂ ਕੇ ਸਿੱਖੋ, ਉਪਾਅ ਤਾਂ ਸਤਿਗੁਰੂ ਜੀ ਨੇ ਆਪ ਹੀ ਕਰਨੇ ਹਨ, ਅਸਾਂ ਤਾਂ ਆਪਣੇ ਵੱਲੋਂ ਕੋਈ ਯਤਨ ਹੀ ਕਰਨਾ ਹੈ। ਸਤਿਗੁਰੂ ਜੀ ਸਹਾਇਤਾ ਕਰਨਗੇ ਤਾਂ ਅਸੀਂ ਸਫਲ ਹੋਵਾਂਗੇ। ਮੈਨੂੰ ਤਾਂ ਪੂਰਨ ਭਰੋਸਾ ਹੈ ਕਿ ਸਤਿਗੁਰੂ ਜੀ ਨੂੰ ਕੋਈ ਖਤਰਾ ਨਹੀਂ। ਇਹ ਨਜ਼ਰਬੰਦੀ ਦਾ ਕੌਤਕ ਉਹਨਾਂ ਨੇ ਆਪ ਹੀ ਰਚਿਆ ਹੈ, ਪਰ ਮਾਤਾ ਗੰਗਾ ਜੀ ਅਤੇ ਹੋਰ ਸਿੱਖ ਸੰਗਤਾਂ ਬੜੀਆਂ ਅਧੀਰ ਹਨ। ਉਹਨਾਂ ਦੇ ਜ਼ੋਰ ਦੇਣ 'ਤੇ ਹੀ ਮੈਂ ਆਇਆ ਹਾਂ। ਇਸ ਸੂਰਤ ਵਿੱਚ ਬਾਬਾ ਜੀ, ਸਾਨੂੰ ਕੁਝ ਨਾ ਕੁਝ ਉੱਦਮ ਕਰਨਾ ਹੀ ਪਵੇਗਾ। ਸਾਨੂੰ ਜਿਵੇਂ ਹੁਕਮ ਕਰੋ, ਅਸੀਂ ਸੇਵਾ ਲਈ ਹਾਜ਼ਰ ਹਾਂ। ਬਾਬਾ ਜੀ ਨੇ ਕਿਹਾ, ਪਿਆਰਿਓ, ਅਸਾਂ ਇਹ ਕਾਰਜ ਕਰਨ ਲਈ ਬਾਦਸ਼ਾਹ ਦੇ ਮਨ ਵਿੱਚ ਭੈ ਪੈਦਾ ਕਰਨਾ ਹੈ। ਭੈ ਵੀ ਇਹੋ ਜਿਹਾ ਦੇਣਾ ਹੈ ਕਿ ਉਸ ਦੀ ਨੀਂਦਰ ਹਰਾਮ ਕਰ ਦੇਣੀ ਹੈ। ਬਾਬਾ ਬੁੱਢਾ ਜੀ ਦੀ ਆਗਿਆ ਨਾਲ ਭਾਈ ਪਿਰਾਣਾ ਜੀ ਨੇ ਸ਼ੇਰ ਦਾ ਰੂਪ ਧਾਰ ਕੇ ਰਾਤ ਨੂੰ ਬਾਦਸ਼ਾਹ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ
ਬਾਦਸ਼ਾਹ ਡਰਦਾ ਮਾਰਾ ਸਾਰੀ ਰਾਤ ਸੌਂ ਨਾ ਸਕਿਆ। ਦੂਜੀ ਰਾਤ ਵੀ ਇਹੋ ਕੌਤਕ ਵਰਤਿਆ ਤੇ ਤੀਜੀ ਰਾਤ ਵੀ ਜਦ ਬਾਦਸ਼ਾਹ ਦੀ ਇਹੋ ਦਸ਼ਾ ਹੋਈ ਤਾਂ ਉਹ ਬੜਾ ਚਿੰਤਾਤੁਰ ਹੋਇਆ। ਭਾਈ ਜੇਠਾ ਜੀ ਜੋਸ਼ੀ ਬਣ ਕੇ ਸ਼ਹਿਰ ਵਿੱਚ ਫਿਰਨ ਲੱਗ ਪਏ। ਸਾਧ ਸੰਗਤ ਜੀ, ਭਾਈ ਜੇਠਾ ਜੀ ਦੇ ਭਾਈ ਪਿਰਾਣਾ ਜੀ ਬੜੀ ਉੱਚ ਅਵਸਥਾ ਦੇ ਮਾਲਕ ਸਨ ਤੇ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਦੀ ਕੋਈ ਕਮੀ ਨਹੀਂ ਸੀ। ਇਸ ਲਈ ਉਹਨਾਂ ਦੇ ਕਹੇ ਵਾਕ ਸੱਚ ਹੋਣ ਲੱਗੇ। ਉਹਨਾਂ ਦੀ ਚਰਚਾ ਘਰ ਘਰ ਹੋਣ ਲੱਗੀ। ਸਹਿਜੇ ਸਹਿਜੇ ਉਹ ਬਾਦਸ਼ਾਹ ਦੇ ਦਰਬਾਰ ਤੱਕ ਜਾ ਪੁੱਜੇ। ਬਾਦਸ਼ਾਹ ਨੇ ਸਭ ਨਜੂਮੀਆਂ ਤੇ ਸਿਆਣਿਆਂ ਨੂੰ ਸੱਦ ਕੇ ਆਪਣਾ ਦੁੱਖ ਦੱਸਿਆ, ਪਰ ਕੋਈ ਵੀ ਇਸ ਭੇਦ ਨੂੰ ਨਾ ਜਾਣ ਸਕਿਆ। ਭਾਈ ਜੇਠਾ ਜੀ ਜੋਸ਼ੀ ਬਣ ਕੇ ਦਰਬਾਰ ਵਿੱਚ ਗਏ ਤਾਂ ਬਾਦਸ਼ਾਹ ਨੇ ਆਪਣੇ ਕਸ਼ਟ ਬਾਰੇ ਪੁੱਛਿਆ। ਭਾਈ ਜੇਠਾ ਜੀ ਨੇ ਕਈ ਲੇਖੇ ਲਾ ਕੇ ਕਿਹਾ ਕਿ ਬਾਦਸ਼ਾਹ, ਤੇਰੇ ਕੋਲੋਂ ਕੋਈ ਬਹੁਤ ਵੱਡਾ ਪਾਪ ਹੋਇਆ ਹੈ। ਤੂੰ ਕਿਸੇ ਬਹੁਤ ਵੱਡੇ ਪੁਰਸ਼ ਨੂੰ ਗਵਾਲੀਅਰ ਦੇ ਕਿਲੇ ਵਿੱਚ ਧੋਖੇ ਨਾਲ ਕੈਦ ਕੀਤਾ ਹੋਇਆ ਹੈ। ਉਹਨਾਂ ਦਾ ਸ਼ਰਾਪ ਤੈਨੂੰ ਲੱਗ ਰਿਹਾ ਹੈ ਤੇ ਸੁਪਨੇ ਵਿੱਚ ਤੈਨੂੰ ਸ਼ੇਰ ਬਣ ਕੇ ਡਰਾ ਰਿਹਾ ਹੈ। ਬਾਦਸ਼ਾਹ ਨੇ ਪੁੱਛਿਆ, ਫਿਰ ਇਹ ਬਿਪਤਾ ਕਿਵੇਂ ਟਲ ਸਕਦੀ ਹੈ? ਭਾਈ ਜੇਠਾ ਜੀ ਨੇ ਕਿਹਾ, ਇਸ ਕਸ਼ਟ ਤੋਂ ਬਚਣ ਦਾ ਇੱਕ ਉਪਾਅ ਹੈ ਕਿ ਤੂੰ ਉਸ ਮਹਾਪੁਰਸ਼ ਨੂੰ ਝਟਪਟ ਰਿਹਾ ਕਰ ਦੇ, ਨਹੀਂ ਤਾਂ ਸੁਪਨੇ ਵਾਲਾ ਸ਼ੇਰ ਤੈਨੂੰ ਮਾਰ ਦੇਵੇਗਾ। ਬਾਦਸ਼ਾਹ ਨੂੰ ਯਾਦ ਆ ਗਿਆ ਕਿ ਮੈਂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਧੋਖੇ ਨਾਲ ਕੈਦ ਕੀਤਾ ਹੋਇਆ ਹੈ। ਇਹ ਸਾਰਾ ਦੁੱਖ ਉਹਨਾਂ ਕਰਕੇ ਹੀ ਮੈਨੂੰ ਭੁਗਤਣਾ ਪੈ ਰਿਹਾ ਹੈ। ਯਾਦ ਆ ਜਾਣ 'ਤੇ ਵੀ ਉਸਨੇ ਪੁੱਛਿਆ, ਉਹ ਮਹਾਪੁਰਸ਼ ਕਿਹੜਾ ਹੈ? ਬਾਦਸ਼ਾਹ ਸਲਾਮਤ, ਤੇਰੇ ਕੋਲੋਂ ਉਹਨਾਂ ਦਾ ਨਾਂ ਭੁੱਲਿਆ ਹੋਇਆ ਨਹੀਂ, ਪਰ ਜੇ ਤੂੰ ਮੇਰੇ ਕੋਲੋਂ ਹੀ ਪੁੱਛਣਾ ਚਾਹੁੰਦਾ ਹੈ ਤਾਂ ਮੈਂ ਦੱਸਦਾ ਹਾਂ। ਉਹਨਾਂ ਦਾ ਨਾਂ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਤੇਰੇ ਰਾਜ ਵਿੱਚ ਪਹਿਲੇ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੜੇ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਹੈ। ਹੁਣ ਤੂੰ ਬਗੈਰ ਕਿਸੇ ਦੋਸ਼ ਦੇ ਉਹਨਾਂ ਦੇ ਸਪੁੱਤਰ ਨੂੰ ਵੀ ਧੋਖੇ ਨਾਲ ਕੈਦ ਕਰ ਰੱਖਿਆ ਹੈ। ਇਹਨਾਂ ਦੋਹਾਂ ਅਪਰਾਧਾਂ ਦੀ ਸਜ਼ਾ ਤੈਨੂੰ ਭੁਗਤਣੀ ਪਵੇਗੀ। ਇਸ ਤਰ੍ਹਾਂ ਭਾਈ ਜੇਠਾ ਜੀ ਨੇ ਬਾਦਸ਼ਾਹ ਨੂੰ ਕਿਹਾ। ਭਾਈ ਜੇਠਾ ਜੀ ਦੇ ਇਹ ਬਚਨ ਸੁਣ ਕੇ ਬਾਦਸ਼ਾਹ ਕੰਬ ਉੱਠਿਆ। ਉਸ ਨੂੰ ਪਤਾ ਸੀ ਕਿ ਚੰਦੂ ਨੇ ਮੇਰੇ ਇਸ਼ਾਰੇ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੜੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਮੈਨੂੰ ਇਹਨਾਂ ਦੋਸ਼ਾਂ ਦੀ ਸਜ਼ਾ ਜ਼ਰੂਰ ਮਿਲੇਗੀ। ਬਾਦਸ਼ਾਹ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਇਸ ਦੰਡ ਤੋਂ ਬਚਣ ਲਈ ਮੈਨੂੰ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਝਟਪਟ ਰਿਹਾ ਕਰ ਦੇਣਾ ਚਾਹੀਦਾ ਹੈ। ਇਸੇ ਵਿੱਚ ਹੀ ਮੇਰਾ ਭਲਾ ਹੈ। ਇਹ ਵਿਚਾਰ ਬਣਾ ਕੇ ਬਾਦਸ਼ਾਹ ਨੇ ਭਾਈ ਜੇਠਾ ਜੀ ਨੂੰ ਬਹੁਤ ਸਾਰੀ ਮਾਇਆ ਭੇਟ ਕੀਤੀ। ਉਸ ਵੇਲੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇਦਾਰ ਵੱਲ ਸਤਿਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਰਿਹਾ ਕਰਕੇ ਦਿੱਲੀ ਭੇਜਣ ਦਾ ਹੁਕਮ ਭੇਜ ਦਿੱਤਾ। ਬਾਦਸ਼ਾਹ ਦਾ ਇਹ ਹੁਕਮ ਸੁਣ ਕੇ ਸਭ ਸਿੱਖ ਬੜੇ ਪ੍ਰਸੰਨ ਹੋਏ। ਬਾਬਾ ਬੁੱਢਾ ਜੀ ਸਤਿਗੁਰੂ ਜੀ ਦੇ ਸਵਾਗਤ ਵਾਸਤੇ ਗਵਾਲੀਅਰ ਨੂੰ ਤੁਰ ਪਏ। ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਰਿਹਾਈ ਦਾ ਸ਼ਾਹੀ ਫੁਰਮਾਨ ਲੈ ਕੇ ਅਹਿਦੀਆ ਗਵਾਲੀਅਰ ਪਹੁੰਚਿਆ। ਕਿਲੇਦਾਰ ਨੇ ਸ਼ਾਹੀ ਫੁਰਮਾਨ ਪੜ੍ਹ ਕੇ ਸਤਿਗੁਰੂ ਜੀ ਨੂੰ ਕਿਹਾ, ਮਹਾਰਾਜ ਜੀ, ਬਾਦਸ਼ਾਹ ਦੇ ਹੁਕਮ ਅਨੁਸਾਰ ਆਪ ਹੁਣ ਕਿਲੇ ਵਿੱਚੋਂ ਜਾ ਸਕਦੇ ਹੋ। ਸਤਿਗੁਰੂ ਜੀ ਦੀ ਰਿਹਾਈ ਦੀ ਖਬਰ ਜਦੋਂ ਕੈਦੀ ਰਾਜਾ ਨੇ ਸੁਣੀ ਤਾਂ ਉਹ ਬੜੇ ਉਦਾਸ ਹੋ ਗਏ। ਉਹ ਕਈ ਚਿਰਾਂ ਤੋਂ ਇਸ ਕੈਦ ਵਿੱਚ ਪਏ ਦੁੱਖ ਝੱਲ ਰਹੇ ਸਨ, ਪਰ ਜਦੋਂ ਤੋਂ ਸਤਿਗੁਰੂ ਜੀ ਇਸ ਕਿਲੇ ਵਿੱਚ ਆਏ ਸਨ ਉਦੋਂ ਤੋਂ ਉਹ ਬੜੇ ਸੁਖੀ ਹੋ ਗਏ ਸਨ। ਸਤਿਗੁਰੂ ਜੀ ਦੇ ਸਤਸੰਗ ਵਿੱਚ ਸ਼ਾਮਲ ਹੋ ਕੇ ਉਹ ਹਰ ਰੋਜ਼ ਗੁਰਬਾਣੀ ਦਾ ਕੀਰਤਨ ਤੇ ਸਤਿਗੁਰੂ ਜੀ ਦੇ ਸ਼ੁਭ ਉਪਦੇਸ਼ ਸਰਵਣ ਕਰਦੇ ਸਨ, ਜਿਸ ਕਰਕੇ ਉਹਨਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਸੀ। ਹੁਣ ਉਹਨਾਂ ਨੂੰ ਆਪਣਾ ਸੁੱਖ ਖਤਮ ਹੁੰਦਾ ਜਾਪਿਆ ਤਾਂ ਉਹਨਾਂ ਨੇ ਸਤਿਗੁਰਾਂ ਅੱਗੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਆਉਣ ਨਾਲ ਸਾਨੂੰ ਆਸ ਲੱਗ ਗਈ ਸੀ ਕਿ ਸਾਡੇ ਦੁੱਖਾਂ ਦੇ ਦਿਨ ਖਤਮ ਹੋ ਗਏ ਹਨ ਤੇ ਅਸੀਂ ਇਸ ਕੈਦ ਤੋਂ ਆਜ਼ਾਦ ਹੋ ਜਾਵਾਂਗੇ, ਪਰ ਆਪ ਸਾਨੂੰ ਫਿਰ ਇਸੇ ਨਰਕ ਵਿੱਚ ਛੱਡ ਕੇ ਜਾ ਰਹੇ ਹੋ। ਕਿਰਪਾ ਕਰੋ ਤੇ ਸਾਡੀ ਬੰਦ ਖਲਾਸੀ ਦਾ ਵੀ ਕੋਈ ਉਪਾਅ ਕਰੋ। ਆਪ ਤੋਂ ਬਿਨਾਂ ਸਾਡਾ ਇਹ ਦੁੱਖ ਕਿਸੇ ਨੇ ਵੀ ਨਿਵਰਤ ਨਹੀਂ ਕਰਨਾ। ਸਤਿਗੁਰੂ ਜੀ ਨੇ ਰਾਜਿਆਂ ਦੀ ਦੁੱਖ ਭਰੀ ਬੇਨਤੀ ਸੁਣ ਕੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਅਸੀਂ ਤੁਹਾਨੂੰ ਰਿਹਾ ਕਰਾਏ ਬਿਨਾਂ ਬਾਹਰ ਨਹੀਂ ਜਾਵਾਂਗੇ। ਸਾਨੂੰ ਪਤਾ ਹੈ ਕਿ ਤੁਸੀਂ ਨਿਰਦੋਸ਼ ਹੋ। ਅਸੀਂ ਇਸ ਅਨਿਆਏ ਨੂੰ ਦੂਰ ਕਰਾਂਗੇ। ਇਹ ਵਚਨ ਕਰਕੇ ਸਤਿਗੁਰੂ ਜੀ ਨੇ ਕਿਲੇਦਾਰ ਨੂੰ ਕਿਹਾ ਕਿ ਬਾਦਸ਼ਾਹ ਨੂੰ ਸਾਡੇ ਵੱਲੋਂ ਇਹ ਸੁਨੇਹਾ ਘੱਲ ਦਿਓ
ਕਿ ਜਿੰਨਾ ਚਿਰ ਇਹ ਸਾਰੇ ਬੇਗੁਨਾਹ ਕੈਦੀ ਰਾਜੇ ਰਿਹਾ ਨਹੀਂ ਹੋਣਗੇ ਉਹਨਾਂ ਚਿਰ ਅਸੀਂ ਕਿਲੇ ਤੋਂ ਬਾਹਰ ਨਹੀਂ ਜਾਵਾਂਗੇ। ਸਤਿਗੁਰੂ ਜੀ ਦਾ ਇੱਕ ਪੱਕਾ ਫੈਸਲਾ ਸੁਣ ਕੇ ਕਿਲੇਦਾਰ ਨੇ ਸ਼ਾਹੀ ਫੁਰਮਾਨ ਲੈ ਕੇ ਆਉਣ ਵਾਲੇ ਅਹਿਦੀਏ ਹੱਥ ਸਤਿਗੁਰੂ ਜੀ ਦਾ ਸੁਨੇਹਾ ਬਾਦਸ਼ਾਹ ਨੂੰ ਲਿਖ ਕੇ ਉਸੇ ਵੇਲੇ ਘੱਲ ਦਿੱਤਾ। ਜਿਸ ਵੇਲੇ ਬਾਦਸ਼ਾਹ ਨੇ ਸਤਿਗੁਰੂ ਜੀ ਦਾ ਇਹ ਸੁਨੇਹਾ ਪੜ੍ਹਿਆ ਤਾਂ ਉਹ ਬੜੀ ਦੁਚਿੱਤੀ ਵਿੱਚ ਪੈ ਗਿਆ ਕਿ ਹੁਣ ਕੀ ਕੀਤਾ ਜਾਏ। ਮੈਂ ਇਹਨਾਂ ਰਾਜਿਆਂ ਦੀਆਂ ਰਿਆਸਤਾਂ 'ਤੇ ਕਬਜ਼ਾ ਕਰਕੇ ਇਹਨਾਂ ਨੂੰ ਬੰਦੀਖਾਨੇ ਵਿੱਚ ਪਾਇਆ ਹੋਇਆ ਸੀ, ਹੁਣ ਇਹਨਾਂ ਨੂੰ ਕਿਵੇਂ ਛੱਡਾਂ। ਦੂਜੇ ਪਾਸੇ ਉਸ ਨੂੰ ਇਹ ਡਰ ਵੀ ਮਾਰਦਾ ਸੀ ਕਿ ਜੇ ਸਤਿਗੁਰੂ ਜੀ ਕਿਲੇ ਤੋਂ ਬਾਹਰ ਨਹੀਂ ਆਉਂਦੇ ਤਾਂ ਮੈਨੂੰ ਫਿਰ ਉਸ ਸ਼ੇਰ ਨੇ ਖਤਮ ਕਰ ਦੇਣਾ ਹੈ। ਆਖਰ ਆਪਣੀ ਜਾਨ ਦੀ ਸਲਾਮਤੀ ਵਾਸਤੇ ਬਾਦਸ਼ਾਹ ਨੂੰ ਸਤਿਗੁਰੂ ਜੀ ਦੀ ਇਹ ਗੱਲ ਮੰਨਣੀ ਪਈ। ਉਸ ਨੇ ਉਸ ਵੇਲੇ ਸਾਰੇ ਰਾਜਿਆਂ ਨੂੰ ਰਿਹਾ ਕਰਨ ਦਾ ਹੁਕਮ ਕਿਲੇਦਾਰ ਵੱਲ ਭੇਜ ਦਿੱਤਾ। ਹੁਕਮ ਮਿਲਣ 'ਤੇ ਕਿਲੇਦਾਰ ਨੇ ਸਤਿਗੁਰੂ ਜੀ ਨੂੰ ਬੜੇ ਸਤਿਕਾਰ ਤੇ ਪਿਆਰ ਨਾਲ ਰਿਹਾ ਕੀਤਾ। ਸਤਿਗੁਰੂ ਜੀ 52 ਕੈਦੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਕਿਲੇ ਤੋਂ ਬਾਹਰ ਆਏ। ਕਿਲੇ ਤੋਂ ਬਾਹਰ ਨਿਕਲਦਿਆਂ ਹੀ ਸਤਿਗੁਰੂ ਜੀ ਨੇ ਅੱਗੋਂ ਅਨੇਕਾਂ ਸਿੱਖਾਂ ਨੂੰ ਸਵਾਗਤ ਲਈ ਖੜੋਤਿਆਂ ਵੇਖਿਆ। ਬਾਬਾ ਬੁੱਢਾ ਜੀ ਨੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਬਾਕੀ ਸਿੱਖਾਂ ਨੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਵੇਖ ਕੇ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਐਡੀ ਖੇਚਲ ਕਰਕੇ ਕਿਉਂ ਆਏ। ਬਾਬਾ ਜੀ ਨੇ ਕਿਹਾ, ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਬਿਨਾਂ ਸਭ ਸੰਗਤਾਂ ਦੇ ਮਨ ਉਦਾਸ ਹੋ ਗਏ ਸਨ। ਮਾਤਾ ਜੀ ਬੜੀ ਚਿੰਤਾ ਕਰ ਰਹੇ ਸਨ। ਉਹਨਾਂ ਦੇ ਹੁਕਮ ਨਾਲ ਹੀ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ। ਸਭ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਦਿੱਲੀ ਪਹੁੰਚ ਗਏ। ਸਤਿਗੁਰੂ ਜੀ ਦੇ ਕਹਿਣ 'ਤੇ ਬਾਦਸ਼ਾਹ ਨੇ ਸਭ ਰਾਜਿਆਂ ਨੂੰ ਘੋੜੇ ਬਸਤਰ ਆਦਿ ਦਿੱਤੇ। ਉਹਨਾਂ ਦੇ ਰਾਜ ਵੀ ਉਹਨਾਂ ਨੂੰ ਵਾਪਸ ਦੇ ਦਿੱਤੇ ਗਏ। ਸਭ ਰਾਜੇ ਸਤਿਗੁਰੂ ਜੀ ਦਾ ਜਸ ਕਰਦੇ ਹੋਏ ਆਪੋ ਆਪਣੀਆਂ ਰਿਆਸਤਾਂ ਨੂੰ ਚਲੇ ਗਏ। ਸਤਿਗੁਰੂ ਜੀ ਦੇ ਇਸ ਤਰ੍ਹਾਂ ਰਾਜਿਆਂ ਨੂੰ ਰਿਹਾ ਕਰਵਾਉਣ ਦੇ ਕੌਤਕ ਨਾਲ ਹਰ ਪਾਸੇ ਗੁਰੂ ਘਰ ਦੀ ਵਡਿਆਈ ਹੋਣ ਲੱਗੀ। ਉਪਰੰਤ ਸਤਿਗੁਰੂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜ ਗਏ। ਸਤਿਗੁਰੂ ਜੀ ਦੇ ਪੁੱਜਣ 'ਤੇ ਸਭ ਸਿੱਖ ਸੰਗਤਾਂ ਨੇ ਸਤਿਗੁਰੂ ਜੀ ਦਾ ਬੜੇ ਪਿਆਰ ਤੇ ਸਤਿਕਾਰ ਨਾਲ ਸਵਾਗਤ ਕੀਤਾ। ਸਤਿਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਨਗਰ ਵਿੱਚ ਰਾਤ ਨੂੰ ਦੀਪਮਾਲਾ ਕੀਤੀ ਗਈ। ਘਰ ਘਰ ਮੰਗਲਾਚਾਰ ਹੋਣ ਲੱਗੇ ਤੇ ਨਗਰ ਨਿਵਾਸੀ ਬੜੇ ਪ੍ਰਸੰਨ ਹੋਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।